ਬਹੁਤ ਮਤਲਬ ਇਮੈਚਿਓਰ ਸੀ। ਉੱਥੋਂ ਆਪਾਂ ਇੰਨੇ ਸਾਰੇ ਆ, ਕਾਫੀ ਮੈਚਿਓਰ ਵੀ ਹੋਏ ਆ। ਕਾਫੀ ਸਾਡੇ 'ਚ ਬਦਲਾਵ ਆਇਆ। ਮਤਲਬ ਇੱਕ ਸਾਡਾ ਇਹ ਦੂਜਾ ਘਰ ਸੀਗਾ ਖਾਰਕਿਵ, ਅਤੇ ਉਹਨੂੰ ਇੱਦਾਂ ਤਬਾਹ ਹੁੰਦੇ ਵੇਖਦੇ ਨਹੀਂ ਦਿਲ ਵਧੀਆ ਨਹੀਂ ਲੱਗਦਾ। ਉੱਥੇ ਸਭ ਤੋਂ ਪਹਿਲਾਂ ਬੰਬ ਅਸੀਂ 24 ਤਰੀਕ ਨੂੰ ਸੁਣਿਆ, ਅਤੇ ਪਹਿਲਾਂ ਤਾਂ ਇੱਦਾਂ ਹੀ ਸ਼ੈਲਿੰਗ ਹੋ ਰਹੀ ਸੀਗੀ। ਅਤੇ ਜਿਸ ਦਿਨ ਆਪਾਂ ਉੱਥੋਂ ਤੁਰੇ ਉਸ ਦਿਨ ਤੋਂ ਬਲਾਸਟਿੰਗ ਬੰਬ ਵੱਜਣੇ ਸ਼ੁਰੂ ਹੋ ਗਏ। ਅਤੇ ਹੌਲੀ ਹੌਲੀ ਮੈਂ ਹੁਣ ਵੀ ਨਿਊਜ਼ ਦੇਖਦੀ ਆ, ਅਤੇ ਉਹਨਾਂ ਨੇ ਬਹੁਤ ਤਬਾਹ ਕਰ ਦਿੱਤਾ ਹੋਇਆ। ਇੱਕ ਹੁੰਦਾ ਨਹੀਂ ਬੰਜਰ ਕਰ ਦਿੱਤਾ ਹੋਇਆ ਸਾਰਾ। ਮੈਨੂੰ ਇਹ ਰੁਕ ਜਾਵੇ, ਹੋਰ ਨਹੀਂ। ਜਿਸ ਦਿਨ ਸੁਣਿਆ ਸੀ ਕਿ ਨਿਊਕਲੀਅਰ ਬੰਬ ਰਸ਼ੀਆ ਦੇ ਬੋਰਡਰ 'ਤੇ ਲੱਗ ਗਿਆ ਹੋਇਆ, ਅਸੀਂ ਉਸ ਦਿਨ ਜ਼ਿਆਦਾ ਡਰ ਗਏ ਸੀਗੇ। ਇੱਕ ਉੱਥੇ ਰਹਿ ਕੇ ਵੀ ਇੱਦਾਂ ਹੀ ਮਰਨ ਵਾਲਾ ਡਰ ਵਾਲਾ ਹਾਲਾਤ ਸੀਗੇ। ਫਿਰ ਸੋਚਿਆ ਕੁਛ ਕਰਕੇ ਵੇਖ ਲੈਂਦੇ, ਰਿਸਕ ਲੈ ਕੇ ਵੇਖ ਲੈਂਦੇ ਆ। ਉਹ ਜਿਹੜਾ ਆਪਾਂ ਕਦਮ ਚੁੱਕਿਆ, ਬਸ ਉਹੀ ਕਦਮ ਨੇ ਸਾਨੂੰ ਇੱਥੇ ਪਹੁੰਚਾਇਆ। ਅਜੀਤ ਵੈਬ ਟੀਵੀ ਦੇਖ ਰਹੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ। ਦੋਸਤੋ, ਮੈਂ ਹਾਂ ਗੁਰਪ੍ਰੀਤ ਸਿੰਘ ਢਿੱਲੋਂ। ਅੱਜ ਗੱਲ ਕਰਾਂਗੇ ਯੂਕਰੇਨ ਅਤੇ ਰੂਸ ਯੁੱਧ ਦੀ। ਜਿਵੇਂ ਕਿ ਆਪ ਸਭ ਜਾਣਦੇ ਹੋ ਕਿ ਜਿਹੜਾ 11 ਦਿਨ ਤੋਂ ਉੱਪਰ ਦਾ ਸਮਾਂ ਹੋ ਗਿਆ, ਦੋਵਾਂ ਦੇਸ਼ਾਂ ਵਿਚਾਲੇ ਜਿਹੜੀ ਆ ਜੰਗ ਚੱਲ ਰਹੀ ਆ। ਰੂਸ ਵੱਲੋਂ ਹਮਲਾ ਕੀਤਾ, ਉੱਥੇ ਭਾਰਤ ਦੇ ਵੀ ਕਈ ਸਟੂਡੈਂਟ ਅਤੇ ਹੋਰ ਨਾਗਰਿਕ ਫਸੇ ਹੋਏ ਸਨ, ਜਿਨ੍ਹਾਂ ਨੂੰ ਵਾਪਸ ਲਿਆਉਣ ਲਈ ਭਾਰਤ ਸਰਕਾਰ ਵੱਲੋਂ ਆਪਰੇਸ਼ਨ ਗੰਗਾ ਤਹਿਤ ਹੁਣ ਤੱਕ 13,000 ਤੋਂ ਵੱਧ ਵਿਦਿਆਰਥੀਆਂ ਨੂੰ ਭਾਰਤ ਵਾਪਸ ਲਿਆਂਦਾ ਗਿਆ। ਇਸ ਸਮੇਂ ਅਸੀਂ ਮੌਜੂਦ ਹਾਂ ਅਜਨਾਲਾ ਸ਼ਹਿਰ ਦੇ ਵਿੱਚ, ਜਿੱਥੋਂ ਦੀ ਵਿਦਿਆਰਥਣ ਦਮਨਜੋਤ ਕੌਰ, ਜਿਨ੍ਹਾਂ ਨਾਲ ਅਸੀਂ ਕੁਝ ਦਿਨ ਪਹਿਲਾਂ ਉੱਥੇ ਖਾਰਕਿਵ ਦੇ ਹਾਲਾਤਾਂ ਬਾਰੇ ਲਾਈਵ ਗੱਲਬਾਤ ਕੀਤੀ ਸੀ। ਅੱਜ ਦਮਨ ਸਾਡੇ ਨਾਲ ਨੇ। 2 ਦਿਨ ਪਹਿਲਾਂ ਉਹ ਇੱਥੇ ਵਾਪਸ ਪਹੁੰਚ ਚੁੱਕਿਆ। ਹਾਂਜੀ ਦਮਨ ਜੀ, ਸਭ ਤੋਂ ਪਹਿਲਾਂ ਤਾਂ ਤੁਹਾਡਾ ਅਜੀਤ 'ਤੇ ਸਵਾਗਤ ਹੈ ਜੀ। ਥੈਂਕ ਯੂ। ਪਹਿਲਾਂ ਮੁਬਾਰਕਬਾਦ ਵੀ ਹੈ ਕਿ ਤੁਸੀਂ ਇਸ ਯੁੱਧ ਭਰੇ ਹਾਲਾਤਾਂ ਦੇ ਵਿੱਚੋਂ ਸੇਫ ਅੱਜ ਘਰ ਵਿੱਚ ਪਹੁੰਚੇ। ਕਿਵੇਂ ਦਾ ਮਹਿਸੂਸ ਕਰਦੇ ਸਭ ਤੋਂ ਪਹਿਲਾਂ? ਵਧੀਆ, ਸਟ੍ਰੈਸ ਲੈਵਲ ਘੱਟ ਹੋ ਗਿਆ, ਬਟ ਹਾਲੇ ਵੀ ਜਿਹੜੇ ਬੱਚੇ ਫਸੇ ਪਏ ਨੇ, ਮੈਂ ਚਾਹੁੰਦੀ ਹਾਂ ਉਹ ਵੀ ਛੇਤੀ ਛੇਤੀ ਵਾਪਸ ਆ ਜਾਣ। ਅਸੀਂ ਹੁਣ ਆਪਣੇ ਦਰਸ਼ਕਾਂ ਨੂੰ ਅਜੀਤ ਜਿਹੜੀ ਦੱਸਾਂਗੇ। ਤੁਸੀਂ ਉੱਥੋਂ ਸਾਡੇ ਹਾਲਾਤਾਂ ਬਾਰੇ ਦੱਸੋ ਵੀ ਕਿਸ ਤਰ੍ਹਾਂ ਦੇ ਉੱਥੇ ਹਾਲਾਤ ਸੀ ਜਦੋਂ ਤੁਸੀਂ ਇੱਥੋਂ ਸਟੱਡੀ ਕਰਨ ਵਾਸਤੇ ਗਏ ਸੀ। ਕਦੋਂ ਦੇ ਤੁਸੀਂ ਉੱਥੇ ਗਏ ਸੀ? ਮੈਂ 2016 ਵਿੱਚ ਗਈ ਸੀ। ਅਸੀਂ ਉੱਥੇ ਵਧੀਆ ਸੀਗਾ, ਵਧੀਆ ਇਨਵਾਇਰਮੈਂਟ ਸੀਗਾ, ਅਤੇ ਅਸੀਂ ਇੱਕ ਬਹੁਤ ਮਤਲਬ ਇਮੈਚਿਓਰ ਸੀ। ਉੱਥੋਂ ਆਪਾਂ ਇੰਨੇ ਸਾਰੇ ਆ, ਕਾਫੀ ਮੈਚਿਓਰ ਵੀ ਹੋਏ ਆ। ਕਾਫੀ ਸਾਡੇ 'ਚ ਬਦਲਾਵ ਆਇਆ। ਮਤਲਬ ਇੱਕ ਸਾਡਾ ਇਹ ਦੂਜਾ ਘਰ ਸੀਗਾ ਖਾਰਕਿਵ, ਅਤੇ ਉਹਨੂੰ ਇੱਦਾਂ ਤਬਾਹ ਹੁੰਦੇ ਵੇਖਦੇ ਨਹੀਂ ਦਿਲ ਵਧੀਆ ਨਹੀਂ ਲੱਗਦਾ। ਖਾਰਕਿਵ ਤੁਸੀਂ ਗੱਲ ਕੀਤੀ ਕਿ ਤਬਾਹ ਹੁੰਦੇ ਦੇਖ ਕੇ ਦਿਲ ਬਹੁਤ ਉਦਾਸ ਹੋ ਰਿਹਾ। ਥੋੜ੍ਹੇ ਜਿਹੇ ਉੱਥੋਂ ਦੇ ਹਾਲਾਤ ਸਾਡੇ ਦਰਸ਼ਕਾਂ ਨੂੰ ਦੱਸੋਗੇ ਅੱਜ ਲਾਈਵ ਤੁਸੀਂ ਅਜੀਤ ਵੈਬ ਟੀਵੀ ਜਰੀਏ? ਉੱਥੇ ਸਭ ਤੋਂ ਪਹਿਲਾਂ ਬੰਬ ਅਸੀਂ 24 ਤਰੀਕ ਨੂੰ ਸੁਣਿਆ, ਅਤੇ ਪਹਿਲਾਂ ਤਾਂ ਇੱਦਾਂ ਹੀ ਸ਼ੈਲਿੰਗ ਹੋ ਰਹੀ ਸੀਗੀ। ਅਤੇ ਜਿਸ ਦਿਨ ਆਪਾਂ ਉੱਥੋਂ ਤੁਰੇ ਉਸ ਦਿਨ ਤੋਂ ਬਲਾਸਟਿੰਗ ਬੰਬ ਵੱਜਣੇ ਸ਼ੁਰੂ ਹੋ ਗਏ। ਅਤੇ ਹੌਲੀ ਹੌਲੀ ਮੈਂ ਹੁਣ ਵੀ ਨਿਊਜ਼ ਦੇਖਦੀ ਆ, ਅਤੇ ਉਹਨਾਂ ਨੇ ਬਹੁਤ ਤਬਾਹ ਕਰ ਦਿੱਤਾ ਹੋਇਆ। ਇੱਕ ਹੁੰਦਾ ਨਹੀਂ ਬੰਜਰ ਕਰ ਦਿੱਤਾ ਹੋਇਆ ਸਾਰਾ। ਮੈਨੂੰ ਇਹ ਰੁਕ ਜਾਵੇ, ਹੋਰ ਨਹੀਂ। ਜਿਵੇਂ ਗੱਲ ਕਰ ਰਹੇ ਸੀ ਕਿ ਤੁਸੀਂ ਹੁਣ ਇੰਟਰਨਸ਼ਿਪ ਕਰ ਰਹੇ ਸੀ, MBBS ਦੀ ਪੜ੍ਹਾਈ ਤੁਹਾਡੀ ਲਗਭਗ ਕੰਪਲੀਟ ਹੋਣ ਵਾਲੀ ਹੈ। ਕੁਝ ਮਹੀਨਿਆਂ ਬਾਅਦ ਤੁਸੀਂ ਕੰਪਲੀਟ ਕਰ ਲੈਣੀ ਸੀ। ਹੁਣ ਕੀ ਲੱਗਦਾ ਮਨ ਦੇ ਵਿੱਚ, ਕਿਉਂਕਿ ਅਜੇ ਪਤਾ ਨਹੀਂ ਉੱਥੋਂ ਦੇ ਹਾਲਾਤ ਕਿਵੇਂ ਦੇ ਰਹਿਣਗੇ? ਆਪਣੀ ਡਿਗਰੀ ਦੀ ਵੀ ਟੈਨਸ਼ਨ ਆ, ਪਰ ਮੈਨੂੰ ਮੇਰੀ ਡਿਗਰੀ ਤੋਂ ਪਹਿਲਾਂ ਉੱਥੋਂ ਦੇ ਪਹਿਲਾਂ ਉੱਥੇ ਨਿਆਣੇ ਬਚਣ, ਫਿਰ ਕੰਟਰੀ ਆ ਬਚੇ, ਫਿਰ ਡਿਗਰੀ ਵੀ ਮਿਲ ਜੂਗੀ। ਜੇ ਆਪਣਾ ਸੋਚੀ ਜਾਵਾਂਗੇ ਤਾਂ ਇੱਦਾਂ ਕਦੀ ਨਹੀਂ ਡਿਗਰੀ ਮਿਲਣੀ। ਮੈਨੂੰ ਇਹ ਸਭ ਤੋਂ ਪਹਿਲਾਂ ਉਹ ਬਚਣ, ਉੱਥੋਂ ਦੇ ਲੋਕ ਬਚਣ, ਕੰਟਰੀ ਬਚ ਜੇ, ਫਿਰ ਡਿਗਰੀ ਦਾ ਵੀ ਹੋ ਜੂਗਾ। ਪਰਿਵਾਰਾਂ ਵਿੱਚ ਵੀ ਕਾਫੀ ਚਿੰਤਾ ਸੀ, ਕਿਉਂਕਿ ਅਸੀਂ ਵੀ ਗੱਲਬਾਤ ਕੀਤੀ ਤੁਹਾਡੇ ਮੰਮਾ ਨਾਲ ਵੀ, ਡੈਡੀ ਨਾਲ ਵੀ, ਜਦੋਂ ਇੱਥੇ ਤੁਸੀਂ ਉੱਥੇ ਖਾਰਕਿਵ ਦੇ ਵਿੱਚ ਰਹਿ ਰਹੇ ਸੀ। ਕਿਵੇਂ ਤੁਸੀਂ ਵਾਪਸੀ ਕਿਸ ਤਰ੍ਹਾਂ ਸੰਭਵ ਹੋ ਸਕੀ, ਕਿਉਂਕਿ ਕਾਫੀ ਮੁਸ਼ਕਿਲ ਭਰੇ ਹਾਲਾਤ ਸੀ ਉੱਥੇ? ਅਸੀਂ ਜਿਸ ਦਿਨ ਸੁਣਿਆ ਸੀ ਕਿ ਨਿਊਕਲੀਅਰ ਬੰਬ ਰਸ਼ੀਆ ਦੇ ਬੋਰਡਰ 'ਤੇ ਲੱਗ ਗਿਆ ਹੋਇਆ, ਅਸੀਂ ਉਸ ਦਿਨ ਜ਼ਿਆਦਾ ਡਰ ਗਏ ਸੀਗੇ। ਇੱਕ ਉੱਥੇ ਰਹਿ ਕੇ ਵੀ ਇੱਦਾਂ ਹੀ ਮਰਨ ਵਾਲਾ ਡਰ ਵਾਲਾ ਹਾਲਾਤ ਸੀਗੇ। ਫਿਰ ਸੋਚਿਆ ਕੁਛ ਕਰਕੇ ਵੇਖ ਲੈਂਦੇ, ਰਿਸਕ ਲੈ ਕੇ ਵੇਖ ਲੈਂਦੇ ਆ। ਉਹ ਜਿਹੜਾ ਆਪਾਂ ਕਦਮ ਚੁੱਕਿਆ, ਬਸ ਉਹੀ ਕਦਮ ਨੇ ਸਾਨੂੰ ਇੱਥੇ ਪਹੁੰਚਾਇਆ। ਮੁਸ਼ਕਿਲਾਂ ਆਈਆਂ, ਪਰ ਮੁਸ਼ਕਿਲਾਂ ਜੇ ਆਪਾਂ ਕੁਛ ਕਰਾਂਗੇ ਨਹੀਂ ਤਾਂ ਫਿਰ ਆਪਾਂ ਅੱਗੇ ਵਧਾਂਗੇ ਨਹੀਂ। ਵਧੀਆ ਸਟੈਪ ਚੁੱਕਿਆ ਆਪਾਂ। ਕਿਵੇਂ ਦੀਆਂ ਮੁਸ਼ਕਿਲਾਂ ਤੁਹਾਨੂੰ ਉੱਥੇ ਸਾਹਮਣਾ ਕਰਨਾ ਪਿਆ? ਅਸੀਂ ਇੱਕ ਫਲੈਟ ਤੋਂ ਦੂਸਰੇ ਫਲੈਟ ਤੱਕ ਜਾਣਾ, ਉਹ ਸਫ਼ਰ ਲੰਬਾ ਸੀ ਉਹਦਾ। ਫਿਰ ਜ਼ਰੂਰੀ ਸਮਾਨ ਚੱਕਣਾ, ਆਪਣਾ ਸਾਰਾ ਕੁਛ ਆਪਣਾ ਉੱਥੇ ਛੱਡ ਕੇ ਜਾਣਾ। ਪਤਾ ਨਹੀਂ ਸੀ ਉਹ ਆਪਾਂ ਜਗ੍ਹਾ ਦੁਬਾਰਾ ਵੇਖਣੀ ਕਿ ਨਹੀਂ ਵੇਖਣੀ। ਫਿਰ ਸਾਡੀ ਉੱਥੇ ਟੈਕਸੀ ਕਰਾਉਣੀ, ਟੈਕਸੀ ਦੇ ਇੰਨੇ ਜ਼ਿਆਦਾ ਪੈਸੇ ਮੰਗਣਾ, $1000 ਮੰਗਣਾ ਸਾਡੇ ਕੋਲ ਨਹੀਂ ਸੀ ਹੈਗੇ। ਕਿਸੇ ਨਾ ਕਿਸੇ ਤਰੀਕੇ ਨਾਲ ਸਾਡੀ ਟੈਕਸੀ ਹੋਈ। ਫਿਰ ਆਪਾਂ ਰੇਲਵੇ ਸਟੇਸ਼ਨ ਪੁੱਜੇ, ਉੱਥੇ ਆਪਾਂ 3 ਘੰਟੇ ਖਲੋਤੇ ਰਹੇ, ਅਤੇ ਜਦੋਂ ਆਪਾਂ ਉੱਥੇ ਖਲੋਤੇ ਸੀ ਤਾਂ ਬਾਹਰ 21 ਬੰਬ ਡਿੱਗੇ।
ਡਰ ਵੀ ਲੱਗਦਾ ਸੀ ਕੀ ਪਤਾ ਨੈਕਸਟ ਟਾਰਗੇਟ ਸ਼ਾਇਦ ਅਸੀਂ ਹੋਵੇ, ਸਾਡਾ ਸਫ਼ਰ ਹੁਣ ਖ਼ਤਮ ਹੋ ਜਾਵੇ। ਇੱਕ ਇੱਕ ਘੜੀ ਤਾਂ ਲੱਗਦੀ ਸ਼ਾਇਦ ਹੁਣ ਨਹੀਂ ਤਾਂ ਹੁਣ ਸਾਡਾ ਟਾਈਮ ਖ਼ਤਮ ਹੋ ਜਾਵੇ, ਪਤਾ ਨਹੀਂ ਸੀਗਾ। ਫਿਰ ਜੇ ਸਾਨੂੰ ਟ੍ਰੇਨ ਵੀ ਮਿਲੀ, ਅਸੀਂ ਕੁੜੀਆਂ ਤਾਂ ਬਾਹਰ ਨਿਕਲ ਗਿਆ, ਮੁੰਡੇ ਰਹਿ ਗਏ ਅੰਦਰ। ਫਿਰ ਸਾਨੂੰ ਉਹਨਾਂ ਦੀ ਵੀ ਟੈਨਸ਼ਨ, ਕਿਉਂਕਿ ਜੇ ਸਾਡੇ ਵਿੱਚੋਂ ਇੱਕ ਬੰਦਾ ਵੀ ਰਹਿ ਜਾਂਦਾ ਅਸੀਂ ਅੱਗੇ ਨਹੀਂ ਸੀ ਵਧਣਾ। ਆਪਾਂ ਅਗਲੀ ਟ੍ਰੇਨ ਦਾ ਵੇਟ ਕਰਨਾ ਪੈਣਾ ਸੀਗਾ, ਕੀ ਪਤਾ ਆਪਾਂ ਉੱਤੇ ਵੀ ਚੜ੍ਹ ਪਾਉਂਦੇ ਕਿ ਨਹੀਂ ਚੜ੍ਹ ਪਾਉਂਦੇ, ਕਿਉਂਕਿ ਪ੍ਰੈਫਰੈਂਸ ਕੁੜੀਆਂ ਸੀਗੀਆਂ, ਉੱਥੋਂ ਦੀਆਂ ਔਰਤਾਂ ਸੀਗੀਆਂ, ਉੱਥੋਂ ਦੇ ਬੱਚੇ ਸੀਗੇ। ਪਰ ਕਿਸੇ ਨਾ ਕਿਸੇ ਤਰੀਕੇ ਨਾਲ ਹੀ ਸਾਰੇ ਆ ਗਏ, ਪਰ ਸਾਡਾ ਖਾਣ ਦਾ ਸਮਾਨ ਸਾਰਾ ਉੱਥੇ ਹੀ ਚਲਾ ਗਿਆ। ਸਾਡੇ ਕੋਲ ਹੈ ਨਹੀਂ ਸੀਗਾ। 33 ਘੰਟਿਆਂ ਦੀ ਸੀਗੀ ਟ੍ਰੇਨ, ਸਾਨੂੰ ਲੱਗਿਆ ਨਹੀਂ ਸੀ, ਅਸੀਂ ਸੋਚਦੇ ਸੀਗੇ 20 ਘੰਟਿਆਂ ਦੀ ਟ੍ਰੇਨ ਸੀ। ਅਤੇ ਜਿਸ ਦਿਨ ਆਪਾਂ ਆਉਣਾ ਸੀਗਾ ਉਸ ਦਿਨ ਬੈਲਾਰੂਸ ਦੀ ਫੋਰਸ ਵੀ ਆ ਰਹੀ ਸੀ ਰਸ਼ੀਆ ਨਾਲ ਮਿਲ ਕੇ ਕੀਵ 'ਤੇ ਅਟੈਕ ਕਰਨ। ਅਤੇ ਕੀਵ ਸਾਡੀ 1 ਘੰਟੇ ਟ੍ਰੇਨ ਵੀ ਖਲੋਤੀ, ਉੱਥੇ ਵੀ ਸਾਨੂੰ ਬਹੁਤ ਡਰ ਲੱਗਿਆ। ਜਦੋਂ ਆਪਾਂ ਕੀਵ ਦੇ ਸਟੇਸ਼ਨ 'ਤੇ ਸੀਗੇ ਉਦੋਂ ਕੀਵ ਸਾਇਰਨ ਵੱਜ ਰਹੇ ਸੀਗੇ ਕਿ ਸਭ ਤੁਸੀਂ ਆਪਣੇ ਸ਼ੈਲਟਰ ਵਿੱਚ ਚਲ ਜਾਓ, ਅਤੇ ਕਾਫੀ ਡਰਾਵਨਾ ਲੱਗਦਾ ਸੀਗਾ। ਅਤੇ ਜਦੋਂ ਉੱਥੇ ਨਿਕਲੇ ਵੀ ਕਿੰਨੀ ਦੇਰ ਆਪਾਂ ਇਹੀ ਸੋਚਦੇ ਹਾਂ ਹੁਣ 6-7 ਘੰਟੇ ਹੋ ਗਿਆ, ਹੁਣ ਅਸੀਂ ਪੁੱਜਣ ਵਾਲੇ ਹਾਂ, ਹੁਣ ਅਸੀਂ ਪੁੱਜਣ ਵਾਲੇ ਹਾਂ, ਪਰ ਕਾਫੀ ਟਾਈਮ ਲੱਗ ਗਿਆ। 33 ਘੰਟੇ ਦੀ ਟ੍ਰੇਨ ਸੀਗੀ ਸਾਡੀ ਲਵੀਵ ਪੁੱਜਣ 'ਤੇ। ਅਤੇ ਜਦੋਂ ਆਪਾਂ ਲਵੀਵ ਪੁੱਜੇ, ਸਾਡੇ ਉੱਥੇ ਦੇ ਲੋਕਾਂ ਨੇ ਬਹੁਤ ਸੇਵਾ ਕੀਤੀ, ਸਾਨੂੰ ਖਾਣ ਪੀਣ ਨੂੰ ਦਿੱਤਾ। ਫਿਰ ਆਪਾਂ ਸੋਚਿਆ ਆਪਾਂ ਇੰਟਰਸਿਟੀ ਪੋਲੈਂਡ ਦੀ ਟ੍ਰੇਨ ਫੜਦੇ ਹਾਂ, ਉੱਥੇ ਵੀ ਮੁੰਡਿਆਂ ਦੀ ਪ੍ਰੈਫਰੈਂਸ ਨਹੀਂ ਸੀਗੀ, ਅਸੀਂ ਕੁੜੀਆਂ ਹੀ ਸੀਗੀਆਂ, ਅਤੇ ਆਪਾਂ ਉਹਨਾਂ ਨੂੰ ਫਿਰ ਨਹੀਂ ਸੀ ਛੱਡ ਕੇ ਜਾ ਸਕਦੇ। ਫਿਰ ਆਪਾਂ ਉੱਥੋਂ ਟੈਕਸੀ ਕਰਾਈ, ਮਿਨੀ ਬੱਸ ਕਰਾਈ, ਅਤੇ ਉਹਦੇ ਵਿੱਚ ਅਸੀਂ ਸਾਰੇ ਤਾਂ ਸੀਗੇ, ਅਤੇ ਨਾਲ ਕੁਛ ਜੂਨੀਅਰ ਵੀ ਉਹਨਾਂ ਨੂੰ ਆਪਾਂ ਐਡ ਕੀਤਾ। ਇੱਦਾਂ ਕਰਕੇ ਆਪਾਂ ਯੂਕਰੇਨ ਦੇ ਬੋਰਡਰ 'ਤੇ ਪੁੱਜੇ, ਅਤੇ ਯੂਕਰੇਨ ਦੇ ਬੋਰਡਰ 'ਤੇ ਵੀ ਸਾਡੀ ਪਾਸਪੋਰਟ ਵਗੈਰਾ ਚੈੱਕ ਕੀਤੇ ਗਏ, ਸਾਨੂੰ ਕੰਬਲ ਵਗੈਰਾ ਦਿੱਤੇ ਗਏ, ਖਾਣ ਪੀਣ ਨੂੰ ਦਿੱਤਾ, ਫਰੈਸ਼ ਹੋਣ ਨੂੰ ਦਿੱਤਾ। ਅਤੇ ਇਹੋ ਜਿਹਾ ਸੀ। ਆਪਾਂ ਰੱਬ ਦੇ ਆਸਰੇ ਨਾਲ ਹੀ ਪੁੱਜੇ, ਆਪਣੇ ਮਾਂ ਪਿਓ ਦੀ ਅਰਦਾਸਾਂ ਨਾਲ ਹੀ ਪੁੱਜੇ। ਖਾਰਕਿਵ ਦੀ ਤੁਸੀਂ ਗੱਲ ਕੀਤੀ, ਜਦੋਂ ਖਾਰਕਿਵ ਆਪਣਾ ਛੱਡਿਆ ਘਰ, ਕਿਉਂਕਿ ਤੁਸੀਂ ਜਿਵੇਂ ਜ਼ਿਕਰ ਕਰ ਰਹੇ ਸੀ ਕਿ ਸਾਡਾ ਦੂਸਰਾ ਘਰ ਸੀ, ਉਹ ਕਿੱਦਾਂ ਦੇ ਪਲ ਸੀ? ਬਹੁਤ ਵਧੀਆ ਪਲ ਸੀਗੇ। ਇੱਕ ਆਪਣਾ ਘਰ ਸੀਗਾ, ਅਸੀਂ ਆਪਣਾ ਘਰ ਵਾਂਗੂ ਹੀ ਬਣਾਇਆ ਹੋਇਆ ਸੀਗਾ। ਫਲੈਟ 'ਤੇ ਜਮਾ ਹੀ ਨਹੀਂ ਸੀ ਲੱਗਦਾ ਹੁੰਦਾ। ਮੈਂ ਅਤੇ ਮੇਰੀ ਰੂਮਮੇਟ ਅਸੀਂ 2 ਜਾਣੇ ਰਹਿੰਦੇ ਹੁੰਦੇ ਸੀਗੇ, ਅਤੇ ਵਧੀਆ ਲੱਗਦਾ ਸੀ ਸਵੇਰੇ ਇੱਦਾਂ ਤਿਆਰ ਹੋਣਾ, ਜੇ ਸਾਡੇ ਕੋਲ ਟਾਈਮ ਹੋਣਾ ਤਾਂ ਅਸੀਂ ਇੱਦਾਂ ਗਾਣੇ ਵਗੈਰਾ ਵਜਾਣੇ, ਇੱਦਾਂ ਵਧੀਆ ਲੱਗਦਾ ਹੁੰਦਾ ਸੀਗਾ। ਹੁਣ ਉਹ ਚੀਜ਼ਾਂ ਯਾਦ ਆਉਂਦੀਆਂ ਵਾ, ਮੈਨੂੰ ਛੱਡ ਕੇ ਜਾਣਾ ਔਖਾ ਸੀ ਸਾਡੇ ਲਈ। ਜਿਵੇਂ ਤੁਸੀਂ ਗੱਲ ਆਪਾਂ ਕਰ ਰਹੇ ਸੀ ਹੁਣੇ ਹੀ ਕੁਝ ਸਮਾਂ ਪਹਿਲਾਂ ਕਿ ਉਦੋਂ ਜਦੋਂ ਅਸੀਂ ਉੱਥੋਂ ਨਿਕਲੇ ਅਤੇ ਉੱਥੇ ਬਲਾਸਟ ਵੀ ਹੋਏ, ਉਸ ਜਗ੍ਹਾ 'ਤੇ ਬਲਾਸਟ ਹੋਏ, ਕੋਈ ਲੱਗਾ ਪਤਾ ਉਸ? ਆਪਾਂ ਜਿਸ ਫਲੈਟ ਤੋਂ ਨਿਕਲੇ ਉਹ ਮੇਰੇ ਗਰੁੱਪਮੇਟ ਦਾ ਫਲੈਟ ਸੀਗਾ। ਉਸ ਫਲੈਟ ਤੋਂ ਨਿਕਲ ਕੇ ਅਸੀਂ ਆਪਣੇ ਫਲੈਟ 'ਤੇ ਗਏ ਸੀ ਸਮਾਨ ਲੈਣ ਇਕੱਠਾ ਕਰਨ। ਅਤੇ ਜਦੋਂ ਆਪਾਂ ਟ੍ਰੇਨ 'ਚ ਗਏ ਤਾਂ ਆਪਾਂ ਨੂੰ ਇੱਦਾਂ ਦੀਆਂ ਨਿਊਜ਼ ਆਪਾਂ ਵੇਖਿਆ ਕਿ ਉੱਥੇ ਦੇ ਏਰੀਆ ਵਿੱਚ ਬਲਾਸਟਿਕ ਬੰਬ ਹੋ ਰਹੇ ਸੀਗੇ, ਅਤੇ ਪਤਾ ਨਹੀਂ ਉਹ ਫਲੈਟ ਹੈਗਾ ਕਿ ਨਹੀਂ, ਕਿਉਂਕਿ ਬਲਾਸਟਿਕ ਬੰਬ ਤਾਂ ਕਾਫੀ ਡੇਂਜਰਸ ਆ। ਜਦੋਂ ਤੁਸੀਂ ਖਾਰਕਿਵ ਤੋਂ ਆਏ, ਕੀਵ ਵਾਲੀ ਸਾਈਡ ਨੂੰ ਆਏ, ਖਾਣ ਪੀਣ ਦਾ ਉਦੋਂ ਹੈਗਾ ਸੀ ਤੁਹਾਡੇ ਕੋਲ ਇੰਤਜ਼ਾਮ ਕਿ ਜਾਂ ਰਸਤੇ ਵਿੱਚ ਹੀ ਮਿਲਿਆ ਤੁਹਾਨੂੰ ਖਾਣਾ ਪੀਣਾ? ਸਟਾਰਟਿੰਗ 'ਤੇ ਤਾਂ ਸਾਡੇ ਕੋਲ ਹੈ ਨਹੀਂ ਸੀਗੀ। ਬਾਅਦ 'ਚ ਫਿਰ ਸਾਡੇ ਹਰਿਆਣਾ ਤੋਂ ਜਿਹੜੇ ਬੱਚੇ ਮਿਲੇ ਸੀਗੇ ਉਹਨਾਂ ਨੇ ਸਾਨੂੰ ਦਿੱਤਾ ਸੀ, ਉਹ ਸਾਡੇ ਜੂਨੀਅਰ ਸੀਗੇ 5th ਈਅਰ ਦੇ, ਉਹਨਾਂ ਨੇ ਸਾਨੂੰ ਦਿੱਤਾ। ਅਤੇ ਫਿਰ ਉਸ ਤੋਂ ਬਾਅਦ ਸਾਨੂੰ ਟ੍ਰੇਨ ਵਾਲੇ ਦੇ ਉੱਥੋਂ ਦੇ ਲੋਕਾਂ ਨੇ ਵੀ ਥੋੜ੍ਹਾ ਬਹੁਤਾ ਪੁੱਛਿਆ, ਅਤੇ ਫਿਰ ਜਿਹੜੇ ਟ੍ਰੇਨ ਵਾਲੇ ਵੀ ਸੀਗੇ ਜੋ ਮਤਲਬ ਉਹਨਾਂ ਦੀ ਆਪਣੀ ਕਹਿ ਲਓ ਕ੍ਰਿਊ ਮੈਂਬਰ, ਅਤੇ ਉਹਨਾਂ ਨੇ ਵੀ ਸਾਨੂੰ ਖਾਣ ਨੂੰ ਦਿੱਤਾ, ਚੋਕਲੇਟ ਦਿੱਤੀ, ਟੋਫੀ ਦਿੱਤੀਆਂ, ਇੱਦਾਂ ਹੋਰ ਵੀ ਉਹਨਾਂ ਨੇ ਕੁਛ ਉਹਨਾਂ ਦੀ ਡਿਸ਼ਿਜ਼ ਸੀਗੀਆਂ ਜਿਹੜੀਆਂ ਸਾਨੂੰ ਦਿੱਤੀਆਂ। ਮਤਲਬ ਜਿਹੜੇ ਨੋਨ ਵੈਜ ਖਾਂਦੇ ਸੀ ਉਹਨਾਂ ਨੂੰ ਪ੍ਰੋਪਰ ਮਿਲ ਰਿਹਾ ਸੀਗਾ, ਅਤੇ ਵੈਜ ਤਾਂ ਘੱਟ ਹੀ ਹੁੰਦਾ ਵਾ, ਬਟ ਉਹ ਵੈਜ ਵੀ ਦੇ ਰਹੀ ਸੀ, ਬਰੈਡ ਦੇ ਰਹੇ ਸੀਗੇ, ਬਹੁਤ ਕੁਛ ਕਰ ਰਹੇ ਸੀ ਸਾਡੇ ਲਈ। ਵਧੀਆ ਲੱਗਿਆ, ਟ੍ਰੇਨ ਦਾ ਸਫ਼ਰ ਠੀਕ ਸੀਗਾ। ਤੁਹਾਨੂੰ ਕੀ ਲੱਗਦਾ ਕਿੰਨੇ ਕੁ ਸਟੂਡੈਂਟ ਉੱਥੇ ਹੋਰ ਫਸੇ ਹੋਣਗੇ, ਕਿਉਂਕਿ ਤੁਸੀਂ 2-3 ਦਿਨ ਪਹਿਲਾਂ ਉੱਥੇ ਆਏ ਜੋ? ਖਾਰਕਿਵ ਅਤੇ ਕੀਵ ਨੂੰ ਜ਼ਿਆਦਾ ਨਿਸ਼ਾਨਾ ਬਣਾਇਆ ਜਾ ਰਿਹਾ ਰੂਸ ਵੱਲੋਂ। ਜਦੋਂ ਆਪਾਂ ਨਿਕਲੇ ਉਦੋਂ ਤਾਂ ਬਹੁਤ ਬੱਚਾ ਸੀਗਾ ਉੱਥੇ, ਉਦੋਂ ਤਾਂ 18,000 ਤਾਂ ਸੀਗਾ ਹੀ। ਅਤੇ ਕੱਲ੍ਹ ਮੈਂ ਹਾਲੇ ਅੱਜ ਹੀ ਨਿਊਜ਼ ਸੁਣੀ ਕਿ ਕੱਲ੍ਹ ਵੀ ਖਾਰਕਿਵ ਤੋਂ ਕਿੰਨੇ ਬੱਚੇ ਨਿਕਲ ਗਏ, ਬਟ ਕਈ ਪਿਸਾਚੀਨ 'ਚ, ਸੋਮੀ 'ਚ ਹਾਲੇ ਵੀ ਬੱਚੇ ਫਸੇ ਹੋਏ ਨੇ, ਬਹੁਤ ਜ਼ਿਆਦਾ ਫਸੇ ਹੋਏ ਨੇ ਕਿ ਉੱਥੇ ਲਾਈਟ ਵੀ ਨਹੀਂ ਹੈਗੀ, ਇਲੈਕਟ੍ਰੀਸਿਟੀ ਵੀ ਨਹੀਂ ਹੈਗੀ, ਬਹੁਤ ਪ੍ਰੋਬਲਮ ਆ ਰਹੀ ਆ ਉੱਥੇ ਬੱਚਿਆਂ ਨੂੰ। ਅਤੇ ਇੱਥੇ ਕਈ ਬੱਚਿਆਂ ਨੂੰ ਬਾਹਰ ਵੀ ਠੰਡ 'ਚ ਖੜ੍ਹੇ ਹੋ ਕੇ ਵੇਟ ਕਰ ਰਹੇ ਆ, ਅਤੇ ਉੱਥੇ ਬਹੁਤ ਜ਼ਿਆਦਾ ਬੰਬ ਵੀ ਗਿਰ ਰਹੇ ਨੇ, ਅਤੇ ਬਹੁਤ ਔਖਾ ਲੱਗ ਰਿਹਾ। ਆਪਾਂ ਆ ਗਏ ਆ ਬਟ ਇੰਨੀ ਖੁਸ਼ੀ ਨਹੀਂ ਹੋ ਰਹੀ, ਕਿਉਂਕਿ ਉੱਥੇ ਹੋਰ ਵੀ ਬੱਚੇ ਫਸੇ ਆ, ਜੇ ਉਹ ਵੀ ਆ ਜਾਣ ਫਿਰ ਵੀ ਲੜਾਈ ਰੁਕ ਜੇ। ਇਸ ਸੈਂਚੁਰੀ ਵਿੱਚ ਲੜਾਈ ਦਾ ਹੋਣ ਦਾ ਕੋਈ ਮਤਲਬ ਨਹੀਂ ਹੈਗਾ। ਲੱਗਦਾ ਨਹੀਂ ਲੜਾਈ ਰੁਕੂ, ਕਿਉਂਕਿ ਕਾਫੀ ਅਜੇ ਤੱਕ ਲਗਾਤਾਰ ਹਮਲੇ ਚੱਲ ਰਹੇ ਆ ਰੂਸ ਵੱਲੋਂ ਵੀ, ਨਾਲ ਹੋਰ ਸਟੇਟ ਜਿਵੇਂ ਬੇਲਾਰੂਸ ਹੈ, ਭਾਵੇਂ ਕਿ ਉਹਨਾਂ ਦੀ ਗੱਲਬਾਤ ਵਾਰ-ਵਾਰ ਹੋ ਰਹੀ ਆ, ਪਰ ਹਮਲੇ ਰੁਕਣ ਦਾ ਨਾਂ ਨਹੀਂ ਲੈ ਰਹੇ, ਲਗਾਤਾਰ ਵੱਧਦੇ ਜਾ ਰਹੇ ਆ। ਭਾਵੇਂ ਸੀਜ਼ਫਾਇਰ ਦਾ ਵੀ ਐਲਾਨ ਕੀਤਾ ਗਿਆ, ਪਰ ਇਸ ਦੇ ਬਾਵਜੂਦ ਵੀ ਉੱਥੇ ਲੋਕਾਂ ਦੀ ਜਿਹੜੀ ਆ ਜਾਨ ਮੁਸ਼ਕਿਲ ਹੈ। ਉੱਥੋਂ ਦੇ ਲੋਕਾਂ ਦੀ ਹਿੰਮਤ ਆ, ਉੱਥੋਂ ਦੀ ਆਰਮੀ
ਦਈਆ ਕਰਨ ਦੀ ਆ। ਆਪਾਂ ਉਹਨਾਂ ਲਈ ਸਿਰਫ ਅਰਦਾਸ ਕਰ ਸਕਦੇ ਹਾਂ ਕਿ ਅਸੀਂ ਸੱਚੀ ਅਸੀਂ ਕੁਛ ਨਹੀਂ ਕਰ ਸਕਦੇ। ਮੈਂ ਤਾਂ ਸਿਰਫ ਅਰਦਾਸ ਕਰ ਸਕਦੀ ਕਿ ਰੁਕ ਜਾਵੇ। ਨਹੀਂ ਦੇਖਿਆ ਜਾਂਦਾ ਇਹੋ ਜਿਹੀਆਂ ਚੀਜ਼ਾਂ। ਉੱਥੇ ਤਾਂ ਰਹੀ ਆਪਾਂ। ਸਾਡੇ ਨਾਲ ਦਮਨ ਦੇ ਮਾਤਾ ਜੀ ਵੀ ਹੈਗੇ ਆ। ਹਾਂਜੀ ਭੈਣ ਜੀ, ਕਾਫੀ ਤੁਸੀਂ ਮੁਸ਼ਕਿਲ ਭਰੇ ਹਾਲਾਤ ਦਿਨ ਨਿਕਲੇ, ਹੁਣ ਕਿਵੇਂ ਦਾ ਫੀਲ ਕਰਦੇ ਜੋ ਦਮਨ ਘਰ ਆ ਗਈ? ਵਾਹਿਗੁਰੂ ਦਾ ਸ਼ੁਕਰ, ਬਹੁਤ ਵਧੀਆ ਹੋਇਆ, ਬਹੁਤ ਅੱਛਾ ਹੈ। ਸੋ ਉਹਨਾਂ ਦੇ ਫਾਦਰ ਵੀ ਸਾਡੇ ਨਾਲ ਆ। ਹਾਂਜੀ ਅੰਗਰੇਜ਼ ਭਾਜੀ, ਕਾਫੀ ਦੇਖ ਰਹੇ ਤੁਸੀਂ ਸਿਹਤ ਦਾ ਫਰਕ ਲੱਗ ਗਿਆ, ਕੀ ਗੱਲ? ਸਿਹਤ ਫਿਰ ਸੋਚ ਕੇ ਹੋ ਗਿਆ ਇਸ ਤਰ੍ਹਾਂ ਵੀ ਬੱਚੀ ਉੱਧਰ ਖਰੇ ਕੀ ਬਣਨਾ ਕੀ ਨਹੀਂ ਬਣਨਾ ਹੈਗਾ। ਚਲੋ ਹੁਣ ਆ ਗਈ ਆ ਤੇ ਹੁਣ ਆਪੇ ਸਿਹਤ ਵੀ ਸਹੀ ਹੋਈ ਜਾਣੀ ਆ। ਹਾਂਜੀ ਹਾਂਜੀ, ਗੱਲ ਚੱਲ ਰਹੀ, ਤੁਸੀਂ ਦੱਸ ਰਹੇ ਸੀ ਕਿ ਟੈਨਸ਼ਨ ਕਾਫੀ ਤੇ ਵੇਟ ਵੀ ਕੁਝ ਘਟਿਆ ਤੁਹਾਡਾ। ਹਾਂਜੀ ਵੇਟ ਘਟ ਇਹ ਪਹਿਲਾਂ ਹੈਗਾ ਸੀ 94 ਕਿਲੋ ਕੁਛ ਸੀ, ਹੁਣ 88 ਕਿਲੋ ਆ ਗਿਆ। ਹਾਂਜੀ ਹਾਂਜੀ, ਹੋਰ ਕਾਫੀ ਅਜੇ ਬੱਚੇ ਫਸੇ ਆ, ਕੀ ਅਪੀਲ ਕਰੋਗੇ ਸਰਕਾਰਾਂ ਨੂੰ ਤੁਸੀਂ ਆਪਣੇ ਨੂੰ? ਸਰਕਾਰਾਂ ਨੂੰ ਇਹ ਅਪੀਲ ਕਰਦੇ ਜਿੰਨੇ ਬੱਚੇ ਹੈਗੇ ਆ ਉਹਨਾਂ ਨੂੰ ਲਿਆਂਦਾ ਜਾਵੇ, ਸਹੀ ਤਰੀਕੇ ਨਾਲ ਲਿਆਂਦਾ ਜਾਵੇ, ਕੋਈ ਮੁਸ਼ਕਿਲ ਨਾ ਆਵੇ ਰਾਹ ਦੇ ਵਿੱਚ। ਬੱਚੇ ਤਾਂ ਸਾਰੇ ਬੱਚੇ ਹੀ ਆ, ਜਿੱਦਾਂ ਸਾਡੇ ਬੱਚੇ ਉੱਦਾਂ ਹੀ ਕਿਸੇ ਮਾਂ ਪਿਓ ਦੇ ਬੱਚੇ ਹੈਗੇ ਆ। ਇਸ ਤਰੀਕੇ ਨਾਲ ਮਤਲਬ ਵਧੀਆ ਢੰਗ ਨਾਲ ਲਿਆਂਦਾ ਜਾਵੇ, ਰਾਹ ਕੋਈ ਦਿੱਕਤ ਨਾ ਆਵੇ, ਖਾਣੇ ਪੀਣੇ ਦੀ ਕੁਛ ਵੀ ਨਾ ਆਵੇ ਉਹਨਾਂ ਨੂੰ। ਹਾਂ, ਅਸੀਂ ਦਮਨ ਨਾਲ ਇੱਕ ਵਾਰ ਫਿਰ ਗੱਲ ਕਰਾਂਗੇ। ਦਮਨ, ਜਿਵੇਂ ਗੱਲ ਕਰ ਰਹੇ ਸੀ ਤੁਹਾਡੀ ਸਟੱਡੀ ਦੀ, ਕਿੰਨੀ ਕੁ ਤੁਹਾਡੀ ਸਟੱਡੀ ਰਹਿ ਗਈ ਸੀ? ਤੁਸੀਂ 3 ਮਹੀਨਿਆਂ ਦੀ ਰਹਿ ਗਈ ਸੀ। ਇੰਟਰਨਸ਼ਿਪ ਚੱਲ ਰਹੀ ਸੀ ਤੁਹਾਡੀ? ਹਾਂ, 3 ਮਹੀਨੇ ਇੰਟਰਨਸ਼ਿਪ ਰਹਿ ਗਈ ਸੀ ਸਾਡੀ। ਉਸ ਤੋਂ ਬਾਅਦ ਸਾਨੂੰ ਜੁਲਾਈ ਦੀ ਮਿਡ ਵਿੱਚ ਡਿਗਰੀ ਮਿਲ ਜਾਣੀ ਸੀ। ਕੋਈ ਜਦੋਂ ਤੁਸੀਂ ਛੱਡਿਆ ਉੱਥੋਂ ਛੱਡ ਕੇ ਆਏ ਜੋ ਯੂਕਰੇਨ, ਕੋਈ ਗੱਲਬਾਤ ਹੋਈ ਉੱਥੇ ਤੁਹਾਡੀ ਯੂਨੀਵਰਸਿਟੀ ਦੇ ਵਿੱਚ ਕਿ ਡਿਗਰੀ ਸਾਨੂੰ ਮਿਲੂਗੀ ਜਾਂ ਕੋਈ ਗੱਲਬਾਤ ਇੱਦਾਂ ਦੀ? ਨਹੀਂ, ਸਾਡੀ ਇੱਦਾਂ ਦੀ ਕੋਈ ਗੱਲਬਾਤ ਨਹੀਂ ਹੋਈ ਯੂਨੀਵਰਸਿਟੀ ਨਾਲ। ਉਦੋਂ ਤਾਂ ਇਹ ਸੀਗਾ ਕਿ ਅਸੀਂ ਬਚ ਜਾਈਏ, ਘਰ ਵਾਪਸ ਠੀਕ ਠਾਕ ਚੱਲ ਜਾਈਏ। ਹਾਂਜੀ, ਘਰ ਵਾਪਸ ਠੀਕ ਠਾਕ ਆ ਜਾਈਏ। ਹੁਣ ਜਿੰਨੇ ਤੁਹਾਡੇ ਹੈਗੇ ਸੀ ਫਰੈਂਡਸ ਹੈਗੀਆਂ ਸੀ ਤੁਹਾਡੀਆਂ ਨਾਲ, ਸਾਰੀਆਂ ਉੱਥੋਂ ਵਾਪਸ ਆਏ ਕਿ ਅਜੇ ਕੋਈ ਹੈ ਉੱਥੇ ਫਸਿਆ ਕੋਈ ਤੁਹਾਡੇ ਨਾਲ, ਕੋਈ ਬੈਚਮੇਟ ਕੋਈ? ਨਾ, ਸਾਡੇ ਤੇ ਆਲਮੋਸਟ ਸਾਰੇ ਆ ਚੁੱਕੇ ਨੇ। ਖਾਰਕੀ ਵਿੱਚ ਮੇਬੀ ਹਾਲੇ ਵੀ ਕੋਈ ਫਸੇ ਹੋਣ ਅਤੇ ਪਤਾ ਨਾ ਹੋਵੇ, ਬਟ ਕੱਲ੍ਹ ਮੈਂ ਸੁਣਿਆ ਕਾਫੀ ਬੱਚੇ ਵਾਪਸ ਆ ਰਹੇ ਨੇ। ਅਤੇ ਹਾਲੇ ਵੀ ਬਟ ਸੋਮੀ ਪਿਸਾ ਚਿੰਚ ਬੱਚੇ ਹਾਲੇ ਵੀ ਫਸੇ ਹੋਏ ਨੇ, ਬਹੁਤ ਫਸੇ ਹੋਏ ਨੇ। ਜਿਵੇਂ ਭਾਰਤ ਸਰਕਾਰ ਨੇ ਇੱਕ ਫੈਸਲਾ ਲਿਆ ਕਿ ਜਿਨ੍ਹਾਂ ਦੀ ਇੰਟਰਨਸ਼ਿਪ ਰਹਿੰਦੀ ਸੀ ਉਹਨਾਂ ਨੂੰ ਭਾਰਤ ਵਿੱਚ ਹੀ ਇੰਟਰਨਸ਼ਿਪ ਕਰਾਈ ਜਾਵੇਗੀ, ਉਹਨਾਂ ਨੇ ਅਰਜ਼ੀਆਂ ਵੀ ਮੰਗੀਆਂ, ਤੁਹਾਡੇ ਤੱਕ ਪਹੁੰਚੀ ਕੋਈ ਇਨਫੋਰਮੇਸ਼ਨ ਕੋਈ ਇਹੋ ਜਿਹੀ? ਹਾਂਜੀ, ਕੱਲ੍ਹ ਮੈਂ ਨਿਊਜ਼ ਪੜ੍ਹੀ ਸੀ ਇਸ ਚੀਜ਼ ਬਾਰੇ ਕਿ ਸ਼ਾਇਦ 5-6 ਈਅਰ ਵਾਲਿਆਂ ਨੂੰ ਕੰਟੀਨਿਊ ਇੱਥੇ ਇੰਡੀਆ ਵਿੱਚ ਕੀਤਾ ਜਾਵੇਗਾ। ਪ੍ਰਸ਼ਾਸਨਿਕ ਅਧਿਕਾਰੀ ਵੀ ਆ ਰਹੇ ਆ, ਤੁਹਾਡੇ ਘਰੇ ਵੀ ਹੁਣੇ ਆਏ ਸੀ ਤਹਿਸੀਲਦਾਰ ਸਾਹਿਬ, ਕੀ ਗੱਲਬਾਤ ਹੋਈ ਤੁਹਾਡੀ ਉਹਨਾਂ ਨਾਲ? ਇਹ ਬਸ ਇੱਦਾਂ ਹੀ ਹੌਸਲਾ ਦੇਣ ਆ ਰਹੇ ਸੀਗੇ ਅਤੇ ਇੱਦਾਂ ਹੀ ਸਾਨੂੰ ਸਾਡੀ ਡਿਗਰੀ ਦੇਣ ਬਾਰੇ ਆ ਰਹੇ ਸੀਗੇ, ਬਸ। ਧੰਨਵਾਦ। ਸੋ ਇਹ ਸਨ ਦਮਨਜੋਤ, ਜਿਨ੍ਹਾਂ ਨੇ ਆਪਣੇ ਉੱਥੋਂ ਜਿਹੜੇ ਯੂਕਰੇਨ ਦੇ ਵਿੱਚ ਹਮਲੇ ਕੀਤੇ ਜਾਂ ਰੂਸ ਵੱਲੋਂ, ਜਿਹੜੀ ਆਪਣੀ ਦਰਦ ਭਰੀ ਦਾਸਤਾਨ ਅਸੀਂ ਕਹਿ ਸਕਦੇ ਹਾਂ, ਕਿਉਂਕਿ ਕਾਫੀ ਮੁਸ਼ਕਿਲ ਭਰੇ ਹਾਲਾਤਾਂ ਦੇ ਵਿੱਚ ਬੱਚੇ ਉੱਥੇ ਖਾਰਕੀਵ ਦੇ ਵਿੱਚ ਫਸੇ ਸੀ। ਖਾਰਕੀਵ ਅਤੇ ਕੀਵ ਅਜਿਹਾ ਸ਼ਹਿਰ ਆ ਯੂਕਰੇਨ ਦੇ ਦੋ ਜਿੱਥੇ ਸਭ ਤੋਂ ਵੱਧ ਰੂਸ ਵੱਲੋਂ ਹਮਲੇ ਕੀਤੇ ਜਾ ਰਹੇ। ਹੁਣ ਅਸੀਂ ਤਹਿਸੀਲਦਾਰ ਜੀ ਨਾਲ ਰਾਜਪ੍ਰੀਤ ਪਾਲ ਨਾਲ ਕੋਈ ਗੱਲਬਾਤ ਕਰਾਂਗੇ, ਉਹਨਾਂ ਨਾਲ ਕੀਤੀ ਗਈ ਜਿਹੜੇ ਬੱਚੇ ਬਾਹਰੋਂ ਆਏ। ਮੈਂ ਰਾਜਪ੍ਰੀਤਪਾਲ ਸਿੰਘ, ਤਹਿਸੀਲਦਾਰ ਅਜਨਾਲਾ। ਅੱਜ ਸਵੇਰੇ ਸਾਨੂੰ ਸਾਡੇ ਡਿਪਟੀ ਕਮਿਸ਼ਨਰ ਸਾਹਿਬ ਦੇ ਫੋਨ ਆਏ ਕਿ ਜਿਹੜੇ ਬੱਚੇ ਯੂਕਰੇਨ ਤੋਂ ਵਾਪਸ ਆਏ ਨੇ, ਬੜੀ ਮੁਸੀਬਤ ਵਿੱਚ ਆਏ ਨੇ, ਉਹਨਾਂ ਦੇ ਘਰਾਂ ਜਾ ਕੇ ਉਹਨਾਂ ਦਾ ਹਾਲ ਚਾਲ ਪੁੱਛੋ ਅਤੇ ਉਹਨਾਂ ਨੂੰ ਹੌਸਲਾ ਵੀ ਦਿਓ ਅਤੇ ਉਹਨਾਂ ਦਾ ਜਾ ਕੇ ਉਹਨਾਂ ਦੇ ਵਿਊ ਵੀ ਲਓ। ਇਸ ਲੜੀ ਦੇ ਤਹਿਤ ਮੈਂ ਇੱਥੇ ਅਜਨਾਲਾ ਹੀ ਸਰਦਾਰ ਅੰਗਰੇਜ਼ ਸਿੰਘ ਦੇ ਘਰ ਆਇਆ। ਮੇਰੇ ਨਾਲ CDPO ਨੇ, ਪੁਲਿਸ ਮੁਲਾਜ਼ਮ SHO ਸਾਹਿਬ। ਮੈਂ ਆ ਕੇ ਬੇਟੀ ਨੂੰ ਮਿਲਿਆ, ਦਮਨਜੀਤ ਕੌਰ ਨੂੰ, ਜਿਹੜੀ ਕਿ ਉੱਥੋਂ ਯੂਕਰੇਨ ਤੋਂ ਵਾਪਸ ਆਈ ਆ। ਹਾਲ ਚਾਲ ਪੁੱਛਿਆ। ਬੱਚੀ ਦਾ ਮੋਰਲ ਬਹੁਤ ਉੱਪਰ ਹੈ, ਉੱਚਾ ਆ, ਪਰ ਫਿਰ ਵੀ ਉਹ ਡੋਲੇ ਨੇ, ਘਬਰਾਏ ਨੇ। ਛੋਟੀ ਬੱਚੀ ਆ, ਡਾਕਟਰੀ ਦਾ ਕੋਰਸ ਕਰਨ ਗਈ, ਥੋੜ੍ਹੇ ਚਿਰਾਂ ਨੂੰ ਉਹਨੂੰ ਡਿਗਰੀ ਦੀ ਫਾਈਨਲ ਡਿਗਰੀ ਮਿਲ ਜਾਣੀ ਸੀ ਜੁਲਾਈ ਮਹੀਨੇ। ਇਸ ਚੀਜ਼ ਦੀ ਉਹ ਚਿੰਤਾ 'ਚ ਨੇ ਅਤੇ ਉਹ ਪ੍ਰਸ਼ਾਸਨ ਕੋਲੋਂ ਜਾਂ ਸਰਕਾਰ ਕੋਲ ਮੰਗ ਵੀ ਕਰ ਰਹੇ ਨੇ ਵੀ ਸਾਡਾ ਹੁਣ ਅੱਗੇ ਦਾ ਜਿਹੜਾ ਇਹ ਥੋੜ੍ਹਾ ਸਫ਼ਰ ਰਹਿ ਗਿਆ ਸੀ ਪੜ੍ਹਾਈ ਦਾ, ਮੈਡੀਕਲ ਲਾਈਨ ਦਾ, ਉਹਦੇ ਬਾਰੇ ਪ੍ਰਸ਼ਾਸਨ ਸਾਡੇ ਬਾਰੇ ਜ਼ਰੂਰ ਸੋਚੇ। ਸਾਡੀਆਂ ਸਰਕਾਰਾਂ ਜੋ ਵੀ ਆ, ਉੱਪਰ ਸਰਕਾਰਾਂ ਨਾਲ ਗੱਲਬਾਤ ਕਰਕੇ ਸਾਡਾ ਅਗਲੇ ਵਸੇਬੇ ਦੀ ਇਹ ਜ਼ਰੂਰ ਗੱਲ ਕਰਨੀ ਚਾਹੀਦੀ ਹੈ। ਬਾਕੀ ਬੱਚੇ ਬਹੁਤ ਦਲੇਰ ਨੇ, ਕੋਈ ਗੱਲ ਨਹੀਂ। ਆਪਾਂ ਇਹਨਾਂ ਨੂੰ ਹੌਸਲਾ ਵੀ ਦਿੱਤਾ। ਇਹਨਾਂ ਦੇ ਮਾਤਾ ਪਿਤਾ ਵੀ ਸਾਡੇ ਕੋਲ ਬੈਠੇ ਨੇ, ਉਹਨਾਂ ਦੇ ਵੀ ਹਾਲ ਚਾਲ ਪੁੱਛਿਆ। ਪਰ ਉਹਨਾਂ ਦੇ ਪਿਤਾ ਜੀ ਦੀ ਗੱਲ ਆ ਵੀ ਮੇਰਾ 5 ਦਿਨਾਂ 'ਚ 6 ਕਿਲੋ ਵਜ਼ਨ ਘਟ ਗਿਆ ਆ। ਕਾਰਨ ਇਹ ਆ ਵੀ ਬੱਚੇ ਜਦੋਂ ਬਾਹਰ ਮੁਸੀਬਤ 'ਚ ਹੋਣ ਦੇ ਮਾਂ ਪਿਓ ਤੇ ਫਿਰ ਆਪਣੇ ਆਪ ਮੁਸੀਬਤ 'ਚ ਹੋ ਜਾਂਦਾ। ਬਾਕੀ ਠੀਕ ਆ, ਹੁਣ ਇਹਨਾਂ ਦੇ ਘਰ ਦਾ ਮਾਹੌਲ ਵੀ ਠੀਕ ਆ, ਸਾਰਾ ਕੁਛ ਸਾਨੂੰ ਉਹਨਾਂ ਨੇ ਬਹੁਤ ਵਧੀਆ ਡੀਲ ਕੀਤਾ। ਪ੍ਰਸ਼ਾਸਨ ਵੱਲੋਂ ਇਹ ਸਰਕਾਰਾਂ ਦੀ ਪਾਲਿਸੀ ਵੇਖੋ, ਹੁਣ ਬਣਾਉਣਗੇ ਸਰਕਾਰ ਪਾਲਿਸੀ ਕੋਈ ਨਾ ਕੋਈ ਬਣਾ ਕੇ ਇਹਨਾਂ ਤੱਕ ਜਿਹੜੀ ਆ ਉਹ ਆਪਣੀ ਪਹੁੰਚ ਜਿਹੜੀ ਆ ਉਹ ਕੋਈ ਨਾ ਕੋਈ ਕਰਨਗੇ।
ਤੇ ਜੋ ਵੀ ਸਾਨੂੰ ਸਰਕਾਰ ਵੱਲੋਂ ਹੁਕਮ ਆਉਣਗੇ ਉਹਦੇ ਤਰੀਕੇ ਨਾਲ ਹੀ ਇਹਨਾਂ ਦੇ ਨਾਲ ਇਹ ਰਾਬਤਾ ਕਰਕੇ ਤੇ ਇਹਨਾਂ ਦੀ ਮਦਦ ਕੀਤੀ ਜਾਊਗੀ। ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ। ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ। ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ ਦਾ ਅਫੀਸ਼ੀਅਲ ਪੇਜ ਡੇਲੀ ਅਜੀਤ, ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ। ਇੰਨਾ ਹੀ ਨਹੀਂ, ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ। YouTube ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਅਫੀਸ਼ੀਅਲ YouTube ਚੈਨਲ ਅਜੀਤ ਵੈਬ ਟੀਵੀ। ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ। ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ, ਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿਕ ਵਾਲਾ ਸਾਡਾ ਅਫੀਸ਼ੀਅਲ ਚੈਨਲ ਡੇਲੀ ਅਜੀਤ। ਇੰਨਾ ਹੀ ਨਹੀਂ, ਅਜੀਤ ਦੇ ਵੀਡੀਓ ਹੁਣ ਤੁਸੀਂ ਐਪਲ ਟੀਵੀ ਦੇ ਉੱਤੇ ਵੀ ਵੇਖ ਸਕਦੇ ਹੋ, ਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ-ਪੇਪਰ ਐਪ। ਤੁਹਾਡਾ ਆਪਣਾ ਭਰੋਸੇਯੋਗ ਚੈਨਲ, ਤੁਹਾਡੀ ਆਪਣੀ ਆਵਾਜ਼, ਪੰਜਾਬ ਦੀ ਆਵਾਜ਼ ਅਜੀਤ।